ਧੰਨ ਵਾਹਿਗੁਰੂ ਸਾਹਿਬ ਜੀ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1364 ਤੋਂ ਭਗਤ ਕਬੀਰ ਜੀ ਦੇ ਸ਼ਲੋਕ ਆਰੰਭ ਹੁੰਦੇ ਹਨ ਤੇ 1377 ਅੰਗ ਤੱਕ 243 ਸ਼ਲੋਕ ਹਨ। ਸਾਧ ਸੰਗਤ ਜੀ, 1366 ਅੰਗ ਤੇ ਵਿਚਾਰ ਕੀਤੀ। ਅੱਜ 1367 ਅੰਗ ਤੇ ਵਿਚਾਰ ਕਰੀਏ। ਸਤਿਗੁਰੂ ਜੀ ਆਪ ਹੀ ਮਿਹਰ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰ ਥੋਰੈ ਜਲ ਮਾਚੂਲੀ, ਚੀਵਰ ਮੇਲਿਓ ਜਾਲ। ਇਹ ਟੋਘਲੇ ਨਾ ਛੁਟ ਸੇ, ਫਿਰ ਕਰ ਸਮੁੰਦ ਸਮਾਲ। ਕਬੀਰ ਜੀ ਕਹਿੰਦੇ ਹਨ, ਥੋੜੇ ਪਾਣੀ ਵਿੱਚ ਰਹਿਣ ਵਾਲੀ ਮੱਛੀ ਨੂੰ ਚੀਵਰ ਆਣ ਕੇ ਜਾਲ ਪਾ ਲੈਂਦਾ ਹੈ। ਹੇ ਮਛਲੀ, ਇਨ੍ਹਾਂ ਛੋਟੀਆਂ ਛਪੜੀਆਂ ਦੇ ਟੋਇਆਂ ਵਿੱਚ ਤੂੰ ਬਚ ਨਹੀਂ ਸਕਦੀ, ਤਾਂ ਫਿਰ ਤੂੰ ਸਮੁੰਦਰ ਦੀ ਭਾਲ ਕਰ, ਡੂੰਘੇ ਸਮੁੰਦਰ ਦਾ ਆਸਰਾ ਲੈ। ਜੀਵ ਰੂਪ ਮੱਛੀ ਦੇਵਤਿਆਂ ਆਦਿ ਟੋਇਆਂ ਦੇ ਆਸਰੇ ਰਹਿਣ ਵਾਲੀ ਨੂੰ ਕਾਲ ਰੂਪ ਚੀਵਰ ਫੜ ਲੈਂਦਾ ਹੈ। ਹੇ ਜੀਵ, ਜੇ ਤੂੰ ਕਾਲ ਦੇ ਭੈ ਤੋਂ ਬਚਣਾ ਚਾਹੁੰਦਾ ਹੈ ਤਾਂ ਸਮੁੰਦਰ ਰੂਪ ਵਾਹਿਗੁਰੂ ਦੇ ਪਾਸੇ ਲੱਗ ਕੇ ਉਸ ਦਾ ਆਸਰਾ ਗ੍ਰਹਿਣ ਕਰ। ਕਬੀਰ ਸਮੁੰਦ ਨਾ ਛੋੜੀਐ, ਜੋ ਅਤ ਖਾਰੋ ਹੋਏ। ਪੋਖਰ ਪੋਖਰ ਢੂੰਡਤੇ, ਪਲੋ ਨਾ ਕਹੀ ਹੈ ਕੋਈ। ਹੇ ਕਬੀਰ, ਸਮੁੰਦਰ ਰੂਪ ਵਾਹਿਗੁਰੂ ਨੂੰ ਕਦੀ ਨਾ ਛੱਡੀਏ, ਭਾਵੇਂ ਉਹ ਕਿੰਨਾ ਹੀ ਖਾਰਾ ਹੋਵੇ। ਨਿੱਕੇ ਨਿੱਕੇ ਛੱਪੜਾਂ ਤੇ ਜੀਵਨ ਸੁਖ ਲੱਭਣ ਵਾਲੇ ਨੂੰ ਕੋਈ ਵੀ ਚੰਗਾ ਨਹੀਂ ਕਹਿੰਦਾ। ਕਬੀਰ ਨਿਗੁਸਾਏ ਬਹਿ ਗਏ, ਖਾਂਗੀ ਨਾਹੀ ਕੋਏ। ਦੀਨ ਗਰੀਬੀ ਆਪੁਨੀ, ਕਰਤੇ ਹੋਏ ਸੋ ਹੋਈ। ਕਬੀਰ ਜੀ ਕਹਿੰਦੇ ਹਨ, ਨਿਗੁਰੇ ਜਿਨ੍ਹਾਂ ਦਾ ਗੁਰੂ ਕੋਈ ਨਹੀਂ, ਉਹ ਇਸ ਸੰਸਾਰ ਸਮੁੰਦਰ ਵਿੱਚ ਰੁੜ ਜਾਂਦੇ ਹਨ। ਉਹਨਾਂ ਦਾ ਕੋਈ ਮਲਾਹ ਗੁਰੂ ਬੇੜੇ ਨੂੰ ਪਾਰ ਕਰਨ ਵਾਲਾ ਨਹੀਂ ਹੁੰਦਾ। ਨਿਮਰਤਾ ਤੇ ਗਰੀਬੀ ਜਿਨ੍ਹਾਂ ਨੇ ਆਪਣੀ ਕੀਤੀ ਹੈ ਅਤੇ ਕਰਤਾਰ ਵੱਲੋਂ ਜੋ ਹੋਵੇ ਸੋ ਹੋਵੇ, ਉਸ ਨੂੰ ਮਿੱਠਾ ਕਰਕੇ ਮੰਨਦੇ ਹਨ। ਕਬੀਰ ਬੈਸਨੋਂ ਕੀ ਕੂ ਕਰ ਭਲੀ, ਸਾਕਤ ਕੀ ਬੁਰੀ ਮਾਈ। ਉਹ ਨਿਤ ਸੁਣੈ ਹਰ ਨਾਮ ਜਸ, ਉਹ ਪਾਪ ਬਿਸਾਹਨ ਜਾਏ। ਕਬੀਰ ਜੀ ਕਹਿੰਦੇ ਹਨ, ਭਗਤ ਦੀ ਕੁੱਤੀ ਚੰਗੀ ਹੈ ਅਤੇ ਬੇਮੁਖ ਦੀ ਮਾਂ ਬੁਰੀ। ਕਿਉਂ? ਭਗਤ ਦੀ ਕੁੱਤੀ ਅੱਠੇ ਪਹਿਰ ਹਰੀ ਦਾ ਜਸ ਸੁਣਦੀ ਰਹਿੰਦੀ ਹੈ ਤੇ ਬੇਮੁਖ ਦੀ ਮਾਂ ਪਾਪਾਂ ਨੂੰ ਖਰੀਦਣ ਭਾਉ ਪਾਪ ਕਰਮਾਂ ਵਿੱਚ ਪ੍ਰਵਿਰਤ ਰਹਿੰਦੀ ਹੈ। ਕਬੀਰ ਹਰ ਨਾ ਦੂਬਲਾ, ਇਹੋ ਹਰੀਆਰਾ ਤਾਲ। ਲਾਖ ਅਹੇਰੀ ਏਕ ਜਿਉ, ਕੇਤਾ ਬੰਚੋ ਕਾਲ। ਕਬੀਰ ਜੀ ਕਹਿੰਦੇ ਹਨ,
ਇਹ ਜੀਵ ਰੂਪੀ ਹਰਨ ਕਮਜ਼ੋਰ ਹੈ ਅਤੇ ਸੰਸਾਰ ਰੂਪੀ ਤਾਲ ਵਿਸਿਆ ਰੂਪੀ ਪਦਾਰਥਾਂ ਦੇ ਪਾਣੀ ਨਾਲ ਹਰਿਆਵਲਾ ਲਹੇ ਲਹੇ ਕਰਦਾ ਭਰਿਆ ਹੈ। ਇਹ ਹਰਨ ਰੂਪੀ ਜੀਵ ਨੂੰ ਫੜਨ ਵਾਲੇ ਲੱਖਾਂ ਹੀ ਸ਼ਿਕਾਰੀ ਪਦਾਰਥਾਂ ਦੇ ਭੋਗ ਹਨ, ਜਿਨ੍ਹਾਂ ਤੋਂ ਇਹ ਜੀਵ ਕਿਤਨਾ ਕੁ ਸਮਾਂ ਬਚ ਸਕਦਾ ਹੈ। ਕਬੀਰ ਗੰਗਾ ਤੀਰ ਜੋ ਘਰ ਕਰੇ, ਪੀਵੇ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹੇ ਰਮੇ ਕਬੀਰ। ਹੇ ਕਬੀਰ, ਜੇ ਤੂੰ ਗੰਗਾ ਦੇ ਕਿਨਾਰੇ ਆਪਣਾ ਘਰ ਨਿਵਾਸ ਕਰ ਲਵੇਂ ਅਤੇ ਗੰਗਾ ਦਾ ਪਵਿੱਤਰ ਜਲ ਪੀਂਦਾ ਰਹੇ, ਪਰ ਹਰੀ ਦੀ ਭਗਤੀ ਤੋਂ ਬਿਨਾਂ ਮੁਕਤੀ ਨਹੀਂ ਹੋਏਗੀ। ਇਸ ਤਰ੍ਹਾਂ ਆਖ ਕੇ ਕਬੀਰ ਵਾਹਿਗੁਰੂ ਦਾ ਨਾਮ ਰਮੇ ਜਪਦਾ ਹੈ। ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ। ਕਬੀਰ ਜੀ ਕਹਿੰਦੇ ਹਨ, ਮੇਰਾ ਮਨ ਗੰਗਾ ਦੇ ਸਾਫ਼ ਪਾਣੀ ਵਾਂਗੂ ਪਵਿੱਤਰ ਹੋ ਗਿਆ ਹੈ ਅਤੇ ਪਰਮਾਤਮਾ ਮੇਰੇ ਪਿੱਛੇ ਲੱਗਾ ਫਿਰਦਾ ਹੈ। ਕਬੀਰ ਕਬੀਰ ਕਹਿੰਦਾ ਹੈ। ਕਬੀਰ ਹਰ ਦੀ ਪਿਯਰੀ ਚੂਨਾ ਊ ਜਲ ਭਾਈ, ਰਾਮ ਸਨੇਹੀ ਤੋ ਮਿਲੈ, ਦੋਨਿਉ ਬਰਨ ਗਵਾਈ। ਕਬੀਰ ਜੀ ਕਹਿੰਦੇ ਹਨ, ਹਲਦੀ ਪੀਲੇ ਰੰਗ ਦੀ ਅਤੇ ਚੂਨਾ ਚਿੱਟੇ ਰੰਗ ਦਾ ਹੁੰਦਾ ਹੈ। ਰਾਮ ਦੇ ਪ੍ਰੇਮ ਕਰਨ ਵਾਲਾ ਭਗਤ ਤਦ ਹੀ ਮਿਲਦਾ ਹੈ ਜੇ ਉੱਚੀ ਨੀਵੀਂ ਜਾਤ ਪਾਤ ਦੇ ਦੋਵੇਂ ਵਿਤਕਰੇ ਦੂਰ ਕਰ ਦੇਵੇ। ਜਿਸ ਤਰ੍ਹਾਂ ਹਲਦੀ ਆਪਣਾ ਪੀਲਾ ਰੰਗ ਛੱਡ ਦਿੰਦੀ ਹੈ ਅਤੇ ਚੂਨਾ ਆਪਣਾ ਚਿੱਟਾ ਰੰਗ ਤਿਆਗ ਦਿੰਦਾ ਹੈ, ਅਤੇ ਇਸ ਤਰ੍ਹਾਂ ਦੋਵੇਂ ਮਿਲ ਕੇ ਇੱਕ ਹੋ ਜਾਂਦੇ ਹਨ, ਇਸ ਤਰ੍ਹਾਂ ਹੀ ਰਾਮ ਦਾ ਭਗਤ ਉੱਚੀ ਅਤੇ ਨੀਵੀਂ ਜਾਤ ਦੇ ਭੇਦ ਮਿਟਾ ਕੇ ਇੱਕ ਆਤਮ ਰੰਗ ਹੀ ਹੋ ਜਾਂਦਾ ਹੈ। ਕਬੀਰ ਹਰ ਦੀ ਪਿਰ ਤਨ, ਹਰੈ ਚੂਨ ਚੀਹਨ ਨਾ ਰਹਾਏ, ਬਲਿਹਾਰੀ ਇਹ ਪ੍ਰੀਤ ਕੋ, ਜਿਹੇ ਜਾਤ ਬਰਨ ਕੁਲ ਜਾਏ। ਹੇ ਕਬੀਰ, ਹਲਦੀ ਆਪਣਾ ਪੀਲਾ ਰੰਗ ਛੱਡ ਦਿੰਦੀ ਹੈ ਅਤੇ ਚੂਨੇ ਵਿੱਚ ਚਿਟਿਆਈ ਨਹੀਂ ਰਹਿੰਦੀ। ਇਸ ਤਰ੍ਹਾਂ ਦੀ ਪ੍ਰੀਤ ਕਰਨ ਵਾਲਿਆਂ ਤੇ ਮੈਂ ਬਲਿਹਾਰ ਹਾਂ, ਜਿਸ ਨਾਲ ਉੱਚੀ ਤੇ ਨੀਵੀਂ ਜਾਤ ਦਾ ਵਰਨ ਭੇਦ ਮਿਟ ਜਾਂਦਾ ਹੈ। ਕਬੀਰ ਮੁਕਤ ਦੁਆਰਾ ਸੁੰਕੁਰਾ, ਰਾਈ ਦਸਵੇਂ ਭਾਈ, ਮਨ ਤੋਂ ਮੈਂਗਲ ਹੋਏ ਰਹਿਓ, ਨਿਕਸੋ ਕਿਉ ਕਹਿ ਜਾਏ। ਕਬੀਰ ਜੀ ਕਹਿੰਦੇ ਹਨ, ਮੁਕਤੀ ਦਾ ਦੁਆਰਾ ਬਹੁਤ ਭੀੜਾ ਰਾਈ ਦੇ ਦਾਣੇ ਦੇ 10ਵੇਂ ਹਿੱਸੇ ਦੇ ਬਰਾਬਰ ਹੈ, ਪਰ ਮਨ ਹੰਕਾਰ ਕਰਕੇ ਹਾਥੀ ਸਮਾਨ ਵੱਡਾ ਹੋ ਗਿਆ ਹੈ। ਉਸ ਤੋਂ ਐਸੇ ਭੀੜੇ ਰਸਤੇ ਵਿੱਚੋਂ ਕਿਸ ਤਰ੍ਹਾਂ ਲੰਘਿਆ ਜਾ ਸਕਦਾ ਹੈ। ਕਬੀਰ ਐਸਾ ਸਤਿਗੁਰੂ ਜੇ ਮਿਲੈ, ਤੁਠਾ ਕਰੇ ਪਸਾਓ, ਮੁਕਤ ਦੁਆਰਾ ਮੋਕਲਾ, ਸਹਜੇ ਆਓ ਜਾਓ।
ਕਬੀਰ ਜੀ ਕਹਿੰਦੇ ਹਨ, ਜੇ ਕੋਈ ਅਜਿਹਾ ਸਤਿਗੁਰੂ ਮਿਲ ਜਾਏ ਜੋ ਪ੍ਰਸੰਨ ਹੋ ਕੇ ਬਖਸ਼ੀਸ਼ ਕਰੇ ਤਾਂ ਮੁਕਤੀ ਦਾ ਦੁਆਰਾ ਖੁੱਲ੍ਹਾ ਹੋ ਜਾਏਗਾ ਅਤੇ ਉਸ ਵਿੱਚੋਂ ਸੌਖਾ ਹੀ ਆਉਣਾ ਜਾਣਾ ਹੋ ਜਾਂਦਾ ਹੈ। ਕਬੀਰ ਨਾ ਮੋਹੇ ਛਾਨ ਨਾ ਛਾਪਰੀ, ਨਾ ਮੋਹੇ ਘਰ ਨਹੀਂ ਗਾਉ, ਮਤ ਹਰ ਪੂਛੈ ਕੌਣ ਹੈ, ਮੇਰੇ ਜਾਤ ਨਾ ਨਾਉ। ਕਬੀਰ ਜੀ ਕਹਿੰਦੇ ਹਨ, ਨਾ ਮੇਰੀ ਕੋਈ ਛਪੜੀ ਕੁੱਲੀ ਹੈ, ਨਾ ਮੇਰਾ ਕੋਈ ਘਰ ਹੈ ਅਤੇ ਨਾ ਹੀ ਕੋਈ ਰਹਿਣ ਨੂੰ ਪਿੰਡ ਗਿਰਾ ਹੈ। ਜੇ ਕਿਤੇ ਪਰਮਾਤਮਾ ਪੁੱਛ ਲਵੇ ਕਿ ਤੂੰ ਕੌਣ ਹੈ ਤਾਂ ਮੇਰੀ ਜਾਤ ਅਤੇ ਨਾਮ ਵੀ ਕੋਈ ਨਹੀਂ ਹੈ। ਮੈਂ ਕੀ ਦੱਸਾਂ ਕਿ ਮੈਂ ਕੌਣ ਹਾਂ। ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰਿਓ ਤਾਂ ਹਰ ਕੈ ਦੁਆਰ, ਮਤ ਹਰ ਪੂਛੈ ਕੌਣ ਹੈ, ਪਰਾ ਹਮਾਰੇ ਬਾਰ। ਕਬੀਰ ਜੀ ਕਹਿੰਦੇ ਹਨ, ਮੈਨੂੰ ਮਰਨ ਦਾ ਚਾਅ ਹੈ, ਜੇ ਮਰਾਂ ਤਾਂ ਹਰ ਦੇ ਦੁਆਰ ਉੱਤੇ ਮਰਾਂ, ਤਾਂ ਕਿ ਕਿਤੇ ਇਸ ਤਰ੍ਹਾਂ ਪਿਆ ਨੂੰ ਹਰੀ ਪੁੱਛ ਲਵੇ ਕਿ ਸਾਡੇ ਦੁਆਰ ਤੇ ਕੌਣ ਪਿਆ ਹੋਇਆ ਹੈ। ਕਬੀਰ ਨਾ ਹਮ ਕੀਆ ਨਾ ਕਰਹਿੰਗੇ, ਨਾ ਕਰ ਸਕੈ ਸਰੀਰ, ਕਿਆ ਜਾਨੋ ਕਿਛ ਹਰ ਕੀਆ, ਭਇਓ ਕਬੀਰ ਕਬੀਰ। ਕਬੀਰ ਜੀ ਕਹਿੰਦੇ ਹਨ, ਨਾ ਮੈਂ ਕੁਝ ਪਿੱਛੇ ਕੀਤਾ ਹੈ, ਨਾ ਕੁਝ ਅੱਗੇ ਕਰ ਸਕਦਾ ਹਾਂ, ਤੇ ਨਾ ਹੀ ਮੇਰਾ ਕੁਝ ਸਰੀਰ ਕਰ ਸਕਦਾ ਹੈ। ਮੈਂ ਕੀ ਜਾਣਦਾ ਹਾਂ ਕਿ ਸਭ ਕੁਝ ਹਰੀ ਪਰਮਾਤਮਾ ਨੇ ਹੀ ਕੀਤਾ ਹੈ, ਜਿਸ ਕਰਕੇ ਕਬੀਰ ਪ੍ਰਸਿੱਧ ਹੋ ਗਿਆ ਹੈ। ਕਬੀਰ ਸੁਪਨਹੁ ਬਰੜਾਏ ਕੈ, ਜਿਹ ਮੁਖ ਨਿਕਸੈ ਰਾਮ, ਤਾਂ ਕੇ ਪਗ ਕੀ ਪਾਨਹੀ, ਮੇਰੇ ਤਨ ਕੋ ਚਾਮ। ਹੇ ਕਬੀਰ, ਸੁਪਨੇ ਵਿੱਚ ਅਭੜ ਵਾਹੇ ਵੀ ਜਿਸ ਦੇ ਮੂੰਹ ਤੋਂ ਪਰਮਾਤਮਾ ਦਾ ਰਾਮ ਨਾਮ ਨਿਕਲੇ, ਉਸ ਦੇ ਪੈਰ ਦੀ ਜੁੱਤੀ ਮੇਰੇ ਸਰੀਰ ਦੇ ਚੰਮ ਦੀ ਹੋਵੇ। ਕਬੀਰ ਮਾਟੀ ਕੇ ਹਮ ਪੂਤਰੇ, ਮਾਨਸ ਰਖਿਓ ਨਾਉ, ਚਾਰ ਦਿਵਸ ਕੇ ਪਾਹੁਣੇ, ਵੱਡ ਵੱਡ ਰੁੰਧੇ ਨ ਠਾਉ। ਕਬੀਰ ਜੀ ਕਹਿੰਦੇ ਹਨ, ਅਸੀਂ ਮਿੱਟੀ ਦੇ ਪੁਤਲੇ ਹਾਂ ਅਤੇ ਮਨੁੱਖ ਨਾਮ ਰੱਖਿਆ ਹੋਇਆ ਹੈ। 4 ਦਿਨ ਦੇ ਵਾਸਤੇ ਇਸ ਸੰਸਾਰ ਵਿੱਚ ਪ੍ਰਾਹੁਣੇ ਆਏ ਹਾਂ, ਪਰ ਵੱਧ ਵੱਧ ਕੇ ਥਾਂ ਰੋਕ ਮਲ ਰਹੇ ਹਾਂ। ਕਬੀਰ ਮਹਿੰਦੀ ਕਰ ਘਾਲਿਆ, ਆਪ ਪਿਸਾਏ ਪਿਸਾਏ, ਤੈਂ ਸਹਿ ਬਾਤ ਨਾ ਪੂਛੀਐ, ਕਭੂ ਨਾ ਲਾਈ ਪਾਈ। ਕਬੀਰ ਜੀ ਕਹਿੰਦੇ ਹਨ, ਮਹਿੰਦੀ ਵਾਂਗੂ ਆਪਣੇ ਸਰੀਰ ਨੂੰ ਪੀ ਪੀ ਕੇ ਜਪ ਤਪ ਕਰਕੇ ਮਿਹਨਤ ਕੀਤੀ, ਪਰ ਫਿਰ ਵੀ ਤੁਸਾਂ ਹੇ ਵਾਹਿਗੁਰੂ ਮੇਰੀ ਬਾਤ ਨਾ ਪੁੱਛੀ ਅਤੇ ਨਾ ਹੀ ਮਿਹਨਤ ਕਰਕੇ ਮੇਰੀ ਪੀਸੀ ਹੋਈ ਮਹਿੰਦੀ ਨੂੰ ਕਦੀ ਪੈਰੀ ਲਾਇਆ, ਅਰਥਾਤ ਮੈਨੂੰ ਕਦੀ ਆਪਣੇ ਚਰਨਾਂ ਦੀ ਛੂਹ ਨਾ ਬਖਸ਼ੀ। ਕਬੀਰ
जह दर आवत जाते हो, हटकै नाही कोई। सो दर कैसे छोड़िए, जो दर ऐसा होय। ਕਬੀਰ ਜੀ ਕਹਿੰਦੇ ਹਨ, ਜਿਸ ਦੁਆਰੇ ਉੱਤੇ ਆਉਂਦਿਆਂ ਜਾਂਦਿਆਂ ਨੂੰ ਕੋਈ ਰੋਕ ਨਾ ਪਾਵੇ, ਉਹ ਬੂਹਾ ਜਿਹੜਾ ਐਸਾ ਹੋਵੇ ਕਿ ਉੱਥੇ ਆਉਣ ਜਾਣ ਦੀ ਕੋਈ ਰੋਕ ਟੋਕ ਨਾ ਹੋਵੇ, ਉਸ ਨੂੰ ਕਿਸ ਤਰ੍ਹਾਂ ਛੱਡੀਏ, ਅਰਥਾਤ ਕਦੀ ਨਹੀਂ ਛੱਡਣਾ ਚਾਹੀਦਾ। ਕਬੀਰ ਡੂਬਾ ਥਾਂ ਪੈ उभरियो, गुण की लहरे झपकी। जब देखो बेड़ा जर्जरा, तब उतर परियो हो फर के। ਕਬੀਰ ਜੀ ਕਹਿੰਦੇ ਹਨ, ਮੈਂ ਸੰਸਾਰ ਸਮੁੰਦਰ ਵਿੱਚ ਡੁੱਬਾ ਸੀ, ਪਰ ਸ਼ੁਭ ਗੁਣਾਂ ਦੀ ਲਹਿਰ ਦੇ ਝਬਕੇ ਹੁਲਾਰੇ ਨਾਲ ਬਚ ਗਿਆ, ਅਤੇ ਜਦ ਮੈਂ ਵੇਖਿਆ ਕਿ ਇਹ ਸਰੀਰ ਰੂਪ ਬੇੜਾ ਜਰਜਰਾ ਗਲਿਆ ਹੋਇਆ ਹੈ, ਤਾਂ ਉਸ ਵਿੱਚੋਂ ਝਟਪਟ ਹੀ ਉਤਰ ਪਿਆ। ਭਾਉ ਮੈਂ ਸਰੀਰ ਦਾ ਮੋਹ ਤਿਆਗ ਦਿੱਤਾ ਕਿ ਇਹ ਤਾਂ ਬਿਸਨਹਾਰ ਹੈ। ਸਾਧ ਸੰਗਤ ਜੀ, ਹੋਈਆਂ ਗਲਤੀਆਂ ਮਾਫ਼ ਕਰਨਾ। ਕੱਲ 1368 ਅੰਗ ਤੇ ਵਿਚਾਰਾ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।